ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਦਾ ਸਾਡਾ ਟੌਪਿਕ ਹੈਗਾ ਨਰਸਿੰਗ ਕੇਅਰ ਪਲਾਨ ਔਨ ਮਲੇਰੀਆ। ਮੈਡੀਕਲ ਕੇਅਰ ਪਲਾਨ ਔਨ ਮਲੇਰੀਆ ਹੈਗਾ ਇਹ। ਇਸ ਵਿੱਚ ਮੈਂ ਤੁਹਾਨੂੰ ਦੱਸੂੰਗੀ ਮਲੇਰੀਆ ਦੇ ਉੱਪਰ ਕੇਅਰ ਪਲਾਨ, ਮੈਡੀਕਲ ਕੇਅਰ ਪਲਾਨ ਅਸੀਂ ਕਿੱਦਾਂ ਬਣਾ ਸਕਦੇ ਹਾਂ। ਇਸ ਦੇ ਵਿੱਚ ਮੈਂ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਐਕਸਪਲੇਨ ਕਰਨਾ ਹੈਗਾ, ਜਿਸ ਦੇ ਵਿੱਚ ਹਿਸਟਰੀ ਕਲੈਕਸ਼ਨ, ਲੈਬ ਇਨਵੈਸਟੀਗੇਸ਼ਨ, ਮੈਡੀਕੇਸ਼ਨ, ਵਾਈਟਲ ਸਾਈਨਸ ਇਨਕਲੂਡ ਹੋਣਗੇ। ਸਭ ਤੋਂ ਪਹਿਲਾਂ ਅਸੀਂ ਨੋਰਮਲ ਆਮ ਕੇਅਰ ਪਲਾਨ ਦੇ ਉੱਪਰ, ਜੇਕਰ ਤੁਹਾਡਾ ਨਰਸਿੰਗ ਕੇਅਰ ਪਲਾਨ ਕਾਸੇ ਜਿਹੜੇ ਵੀ ਸਬਜੈਕਟ ਦਾ ਹੈਗਾ, ਜੋ ਵੀ ਹੈਗਾ ਤੁਸੀਂ ਉੱਪਰ ਲਿਖਣਾ ਹੈਗਾ ਮੈਡੀਕਲ ਕੇਅਰ ਪਲਾਨ ਔਨ ਮਲੇਰੀਆ। ਠੀਕ ਹੈ, ਨੀਚੇ ਤੁਸੀਂ ਸਬਜੈਕਟ ਲਿਖਣਾ ਹੈਗਾ, ਕਿਹੜੇ ਸਬਜੈਕਟ ਦਾ ਤੁਸੀਂ ਬਣਾ ਰਹੇ ਆ। ਸਬਮਿਟਡ ਟੂ ਟੀਚਰ ਦਾ ਨੇਮ, ਸਬਮਿਟਡ ਬਾਈ ਇੱਥੇ ਤੁਹਾਡਾ ਨੇਮ, ਸਬਮਿਟਡ ਔਨ ਕਿਹੜੀ ਡੇਟ ਨੂੰ ਤੁਸੀਂ ਸਬਮਿਟ ਕਰਵਾ ਰਹੇ ਹੈਗੇ ਆ। ਫਸਟ ਪੇਜ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਡੈਕੋਰੇਟ ਕਰਕੇ ਚੰਗੀ ਤਰ੍ਹਾਂ ਵਧੀਆ ਬਣਾਉਣਾ ਹੈਗਾ। ਉਸ ਤੋਂ ਬਾਅਦ ਅਸੀਂ ਲਿਖਣਾ ਹੈਗਾ ਹਿਸਟਰੀ ਕਲੈਕਸ਼ਨ। ਹਿਸਟਰੀ ਕਲੈਕਸ਼ਨ ਦੇ ਵਿੱਚ ਕੀ ਲਿਖਾਂਗੇ, ਸਾਰਾ ਪੇਸ਼ੈਂਟ ਦਾ ਜਿਹੜਾ ਬਾਇਓਡਾਟਾ ਲਿਖਾਂਗੇ। ਸਭ ਤੋਂ ਪਹਿਲਾਂ ਹੈਗਾ ਆਇਡੈਂਟੀਫਿਕੇਸ਼ਨ ਡਾਟਾ। ਆਇਡੈਂਟੀਫਿਕੇਸ਼ਨ ਡਾਟਾ ਦੇ ਵਿੱਚ ਮੈਂ ਲਿਖਿਆ ਹੋਇਆ ਨੇਮ, ਏਜ, ਸੈਕਸ, ਰਿਲੀਜਨ, ਐਡਰੈਸ, ਲੈਂਗੁਏਜ, ਬੈੱਡ ਨੰਬਰ, ਵਾਰਡ ਨੰਬਰ ਐਂਡ ਓਕੂਪੇਸ਼ਨ। ਜੇਕਰ ਤੋਂ ਅਸੀਂ ਬੈੱਡ ਨੰਬਰ, ਵਾਰਡ ਨੰਬਰ ਨਹੀਂ ਲਿਖਣਾ ਤਾਂ ਤੁਸੀਂ ਲਿਖ ਸਕਦੇ ਹਾਂ ਵੀ OPD ਪੇਸ਼ੈਂਟ ਹੈਗਾ। OPD ਮਤਲਬ ਆਊਟਪੁੱਟ ਡਿਪਾਰਟਮੈਂਟ। ਆਊਟਪੁੱਟ ਡਿਪਾਰਟਮੈਂਟ ਮਤਲਬ ਕਿ ਪੇਸ਼ੈਂਟ ਆਇਆ ਐਂਡ ਮੈਡੀਸਨ ਲੈ ਕੇ ਚਲਾ ਗਿਆ, ਪੇਸ਼ੈਂਟ ਐਡਮਿਟ ਨਹੀਂ ਹੈਗਾ, ਹੈ ਨਾ। ਠੀਕ ਹੈ, ਨੈਕਸਟ ਲਿਖਣਾ ਹੈਗਾ ਮੈਡੀਕਲ ਡਾਇਗਨੋਸ। ਮੈਡੀਕਲ ਡਾਇਗਨੋਸ ਦੇ ਵਿੱਚ ਤੁਸੀਂ ਕੀ ਲਿਖਣਾ, ਮਲੇਰੀਆ। ਚੀਫ ਕੰਪਲੇਂਟਸ ਕੀ ਹੋਣਗੀਆਂ ਮਲੇਰੀਆ ਦੀਆਂ, ਐਬਡੋਮਿਨ ਪੇਨ ਫਰੋਮ 4 days, loss of appetite, fever from 4 days, discomfort and ਤੁਸੀਂ nausea and vomiting ਵੀ ਲਿਖ ਸਕਦੇ ਆ। nausea from 4 days and vomiting from 2 days। ਨੈਕਸਟ ਹੈਗਾ ਮੈਡੀਕਲ ਹਿਸਟਰੀ। ਮੈਡੀਕਲ ਹਿਸਟਰੀ ਦੇ ਵਿੱਚ ਪੇਸ਼ੈਂਟ ਦੀ ਜੇਕਰ ਕੋਈ ਪ੍ਰੈਜੈਂਟ ਜਾਂ ਪਾਸਟ ਮੈਡੀਕਲ ਹਿਸਟਰੀ ਹੈ ਤਾਂ ਤੁਸੀਂ ਲਿਸਟ ਕਰ ਸਕਦੇ ਆ। ਅਦਰਵਾਈਜ਼ ਤੁਸੀਂ ਜੇਕਰ ਸੇਮ ਹੀ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਸੇਮ ਵੀ ਲਿਖ ਸਕਦੇ ਆ। ਉਸ ਤੋਂ ਬਾਅਦ ਨੈਕਸਟ ਹੈਗਾ ਪਾਸਟ ਮੈਡੀਕਲ ਹਿਸਟਰੀ, ਨੋ ਪਾਸਟ ਮੈਡੀਕਲ ਹਿਸਟਰੀ ਆਫ ਦਾ ਪੇਸ਼ੈਂਟ। ਠੀਕ ਹੈ, ਉਸ ਤੋਂ ਨੈਕਸਟ ਹੈਗਾ ਸਰਜੀਕਲ ਹਿਸਟਰੀ, present surgical history and past surgical history. There is no present and past surgical history. Next personal history। personal history ਦੇ ਵਿੱਚ ਤੁਸੀਂ ਕੀ ਲਿਖਣਾ, sleeping pattern, dietary habits। ਠੀਕ ਹੈ, next elimination pattern, bladder and bowel pattern। ਉਸ ਤੋਂ ਬਾਅਦ next ਹੈਗਾ family history। family history ਦੇ ਵਿੱਚ patient ਦੀ ਤੁਸੀਂ ਸਾਰੀ family ਬਾਰੇ ਲਿਖਣਾ ਹੈਗਾ। ਠੀਕ ਹੈ, ਫੈਮਿਲੀ ਦੇ ਬਾਰੇ ਤੁਸੀਂ ਤਿੰਨ ਕੁ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਤਿੰਨ ਵੀ ਕਰ ਸਕਦੇ, ਜੇ ਤੁਸੀਂ ਇਹ ਤੋਂ ਵੱਧ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਆ। ਫੈਮਿਲੀ ਟਰੀ, ਠੀਕ ਹੈ, ਇੱਦਾਂ ਫੈਮਿਲੀ ਟਰੀ ਬਣਾਉਣਾ ਹੈਗਾ। ਫੈਮਿਲੀ ਟਰੀ ਦੇ ਉੱਪਰ ਮੈਂ ਸਪੈਸ਼ਲ ਵੀਡੀਓ ਪ੍ਰੋਵਾਈਡ ਕਰਨੀ ਹੈਗੀ ਆ, ਤਾਂ ਜਦੋਂ ਵੀਡੀਓ ਅਪਲੋਡ ਕੀਤੀ ਮੈਂ ਉਸਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਪ੍ਰੋਵਾਈਡ ਕਰੂੰਗੀ। ਫੈਮਿਲੀ ਹਿਸਟਰੀ ਤੋਂ ਬਾਅਦ ਆ ਜਾਂਦਾ ਹੈਗਾ ਫਿਜ਼ੀਕਲ ਐਗਜ਼ਾਮੀਨੇਸ਼ਨ। ਫਿਜ਼ੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਹੈਗਾ ਸਭ ਤੋਂ ਪਹਿਲਾਂ ਜਰਨਲ ਅਪੀਅਰੈਂਸ, ਨਰਿਸ਼ਮੈਂਟ, ਬੋਡੀ ਬਿਲਡ BUILD। ਠੀਕ ਹੈ, ਹੈਲਥ ਐਂਡ ਐਕਟੀਵਿਟੀ। ਨੈਕਸਟ ਹੈਗਾ ਮੈਂਟਲ ਸਟੇਟਸ ਆਫ ਦਾ ਪੇਸ਼ੈਂਟ, ਕੌਨਸ਼ੀਅਸਨੈਸ, ਪੇਸ਼ੈਂਟ ਕੌਨਸ਼ੀਅਸ ਹੈਗਾ, ਲੁੱਕ ਕੀ ਹੈ, ਵਰੀਡ ਹੈਗੀ ਹੈ ਜਾਂ ਐਂਸ਼ੀਅਸ ਵੀ ਤੁਸੀਂ ਲਿਖ ਸਕਦੇ ਆ। ਪੋਸਚਰ ਕਿੱਦਾਂ ਦਾ ਹੈਗਾ, ਬੋਡੀ ਕਰਵ ਨੋ, ਮੂਵਮੈਂਟ ਨਾਰਮਲ, ਹਾਈਟ ਕਿੰਨੀ ਹੈ ਐਂਡ ਵੇਟ ਕਿੰਨਾ। ਠੀਕ ਹੈ, ਮੈਂ ਪੀਡੀਆਟ੍ਰਿਕ ਨਰਸਿੰਗ ਦੇ ਅਕੋਰਡਿੰਗ 20 ਕਿਲੋਗ੍ਰਾਮ ਲਿਖਿਆ ਹੋਇਆ, ਤੁਸੀਂ ਆਪਣੇ ਅਕੋਰਡਿੰਗ ਲਿਖ ਸਕਦੇ ਆ। ਨੈਕਸਟ ਹੈਗਾ ਸਕਿਨ ਕੰਡੀਸ਼ਨ। ਸਕਿਨ ਕੰਡੀਸ਼ਨ ਦੇ ਵਿੱਚ ਕੀ ਹੈਗਾ, ਕਲਰ, ਟੈਕਸਚਰ, ਟੈਂਪਰੇਚਰ ਐਂਡ ਲੀਜ਼ਨਸ। ਠੀਕ ਹੈ, ਨੈਕਸਟ ਹੈਗਾ ਹੈਡ ਐਂਡ ਫੇਸ, ਸਕਾਪ, ਹੇਅਰ, ਫੋਰਹੈਡ ਐਂਡ ਫੇਸ। ਆਈਜ਼ ਦੇ ਵਿੱਚ ਕੀ ਆ, ਆਈਬ੍ਰੋਜ਼। ਉਸ ਤੋਂ ਨੈਕਸਟ ਹੈਗਾ ਆਈ ਲੈਸ਼ਿਸ, ਆਈਲਿਡਸ, ਆਈ ਬੋਲਸ, ਕੰਜਕਟਾਈਵਾ, ਸਕਲੈਰਾ, ਕੋਰਨੀਆ ਐਂਡ ਆਇਰਸ, ਪਿਊਪਿਲ, ਲੈਂਸ, ਫੰਡਸ ਐਂਡ ਵਿਜ਼ਨ। ਇਹਨਾਂ ਦੇ ਵਿੱਚੋਂ ਤੁਸੀਂ ਜੇਕਰ ਕੋਈ ਸਕਿਪ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਆ ਨੋਰਮਲੀ। ਠੀਕ ਹੈ, ਈਅਰਸ ਦੇ ਵਿੱਚ ਕੀ ਹੈਗਾ, ਐਕਸਟਰਨਲ ਈਅਰ ਐਂਡ ਇੰਟਰਨਲ ਈਅਰ ਐਂਡ ਹੀਅਰਿੰਗ। ਨੋਜ਼, ਐਕਸਟਰਨਲ ਨੋਜ਼, ਨੋਸਟ੍ਰਿਲਸ ਨੋਰਮਲ ਹੈਗੇ ਆ। ਨੈਕਸਟ ਹੈਗਾ ਮਾਊਥ ਐਂਡ ਫੇਅਰਿੰਗਸ। ਮਾਊਥ ਦੇ ਵਿੱਚ ਕੀ ਆ ਜਾਓ, ਲਿਪਸ, ਓਡਰ ਆਫ ਦਾ ਮਾਊਥ। ਠੀਕ ਹੈ, ਤੁਸੀਂ ਬੈਡ ਸਮੈਲ ਲਿਖ ਸਕਦੇ ਆ। ਟੀਥ, ਨੋ ਡਿਸਕਲਰੇਸ਼ਨ, ਟੰਗ, ਡਰਾਈਨੈਸ ਆਫ ਟੰਗ। ਠੀਕ ਹੈ, ਨੈਕ ਦੇ ਵਿੱਚ ਲਿੰਫ ਨੋਡ, ਨੋ ਇਨਲਾਰਜਮੈਂਟ, ਥਾਇਰਡ ਗਲੈਂਡ ਨੋਰਮਲ, ਰੇਂਜ ਆਫ ਮੋਸ਼ਨ ਪ੍ਰੈਜ਼ੈਂਟ। ਠੀਕ ਹੈ, ਚੈਸਟ, ਥੋਰੈਕਸ, ਸਿਮੈਟ੍ਰੀਕਲ ਐਕਸਪੈਂਸ਼ਨ। ਨੈਕਸਟ ਹੈਗਾ ਬ੍ਰੀਥ ਸਾਊਂਡ, ਵੀਜ਼ਿੰਗ ਸਾਊਂਡਸ ਪ੍ਰੈਜ਼ੈਂਟ, ਕਿਉਂਕਿ ਕਫ ਹੋਊਗੀ ਪੇਸ਼ੈਂਟ ਨੂੰ ਬਿਕੋਜ਼ ਆਫ ਮਲੇਰੀਆ। ਨੈਕਸਟ ਹੈਗਾ ਹਾਰਟ, ਬ੍ਰੈਸਟ,
Next one is a abdomen observation, auscultation, palpation and percussion. Observation ਦੇ ਵਿੱਚ ਕੀ ਲਿਖਣਾ? No skin rashes, present bowel sounds, pain. Percussion ਦੇ ਵਿੱਚ no present of fluid. Next ਹੈਗਾ extremities, upper extremities and lower extremities. Posture ਕਿੱਦਾਂ ਦਾ ਹੈਗਾ? Normal. Next ਹੈਗਾ genital and rectum. ਇਹਦੇ ਵਿੱਚ ਕੀ ਹੈਗਾ? Genital ਦੇ ਵਿੱਚ inguinal lymphy nodes, no enlargement. Sexually transmitted disease absent. Hemorrhage not present. Prostate gland not enlargement. ਇਹ ਤੁਸੀਂ ਆਪਣੇ ਜੇ ਅਕੋਰਡਿੰਗ ਟੂ ਮੇਲ ਐਂਡ ਫੀਮੇਲ ਜੋ ਵੀ ਤੁਸੀਂ ਪੇਸ਼ੈਂਟ ਲੈ ਰਹੇ ਆ ਉਸ ਦੇ ਅਕੋਰਡਿੰਗ ਤੁਸੀਂ ਇਹ ਪੁਆਇੰਟਸ ਜੈਨੀਟਲ ਐਂਡ ਰੈਕਟਮ ਜੈਨੀਟਲ ਏਰੀਆ ਦੇ ਇਨਲਿਸਟ ਕਰਨੇ ਹੋਣਗੇ ਜਿੱਦਾਂ ਕਿ ਮੈਂ ਮੇਲ ਦੇ ਅਕੋਰਡਿੰਗ ਕੀਤਾ ਹੋਇਆ ਹੈ ਨਾ। ਨੈਕਸਟ ਵਨ ਇਜ਼ ਆ ਵਾਈਟਲ ਸਾਈਨਸ। ਵਾਈਟਲ ਸਾਈਨਸ ਦੇ ਵਿੱਚ ਕੀ ਲਿਖਣਾ ਆਊਗਾ? ਟੈਂਪਰੇਚਰ ਦੀ ਨਾਰਮਲ ਵੈਲਿਊ ਹੁੰਦੀ ਆ 98.6 ਡਿਗਰੀ, ਤਾਂ ਪੇਸ਼ੈਂਟ ਨੂੰ ਜਿਹੜਾ ਫੀਵਰ ਪ੍ਰੈਜ਼ੈਂਟ ਹੈਗਾ 100 ਡਿਗਰੀ ਹੈ ਨਾ ਹੈਗਾ। ਰਿਮਾਰਕਸ ਕੀ ਆ? ਅਬਨੋਰਮਲ। ਪਲਸ ਕੀ ਹੈਗੀ ਆ? ਪਲਸ ਪੇਸ਼ੈਂਟ ਦੀ ਇਨਕਰੀਜ਼ ਹੈਗੀ ਆ। ਰੈਸਪੀਰੇਸ਼ਨ ਵੀ ਇਨਕਰੀਜ਼ ਹੈ। ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ BP ਵੀ ਪੇਸ਼ੈਂਟ ਦਾ ਉਹ ਹੈਗਾ ਇਨਕਰੀਜ਼ ਹੈਗਾ ਤਾਂ ਅਬਨੋਰਮਲ ਹੈਗਾ। SpO2 ਮਤਲਬ ਕਿ ਆਕਸੀਜਨ ਸੈਚੂਰੇਸ਼ਨ ਕਿੰਨੀ ਹੈਗੀ ਆ? ਸੈਚੂਰੇਸ਼ਨ ਪੇਸ਼ੈਂਟ ਦੀ ਨੋਰਮਲ ਹੈਗੀ ਆ। ਉਸ ਤੋਂ ਨੈਕਸਟ ਹੈਗਾ ਲੈਬ ਇਨਵੈਸਟੀਗੇਸ਼ਨ। ਲੈਬ ਇਨਵੈਸਟੀਗੇਸ਼ਨ ਦੇ ਵਿੱਚ ਕੀ ਆਊਗਾ? ਮੈਂ ਟੈਸਟ ਲਿਖੇ ਹੋਏ ਆ HB, WBC, ਪਲੇਟਲੈਟ, RBC ਐਂਡ RDT। ਪੇਸ਼ੈਂਟ ਦੀ ਵੈਲਿਊ ਲਿਖੀ ਹੋਈ ਹੈ, ਪੇਸ਼ੈਂਟ ਦੇ ਵਿੱਚ ਕਿੰਨੀ ਵੈਲਿਊ ਹੈਗੀ ਆ ਐਂਡ ਨਾਰਮਲ ਵੈਲਿਊ ਕਿੰਨੀ ਲਿਖੀ ਹੋਈ ਤੇ ਰਿਮਾਰਕ ਕੀਤਾ ਹੋਇਆ। HB ਕਿੰਨਾ? ਪੇਸ਼ੈਂਟ ਦੇ ਵਿੱਚ 7 ਗ੍ਰਾਮ ਹੈਗਾ ਕਿਉਂਕਿ ਮਲੇਰੀਆ ਦਾ ਜਿਹੜਾ ਪਲਾਜ਼ਮੋਡੀਅਮ ਹੈਗਾ ਉਹ ਸਿੱਧਾ ਆਪਣੇ HB ਤੇ RBC ਤੇ ਇਫੈਕਟ ਕਰਦਾ, RBC ਦੀ ਡਿਸਟਰਕਸ਼ਨ ਕਰਨੀ ਸ਼ੁਰੂ ਕਰ ਦਿੰਦਾ, ਠੀਕ ਆ। ਤਾਂ ਉਹਦੇ ਨਾਲ ਪੇਸ਼ੈਂਟ ਨੂੰ ਅਨੀਮੀਆ ਹੋਣ ਦੇ ਚਾਂਸਸ ਹੁੰਦੇ ਆ, ਤਾਂ ਪੇਸ਼ੈਂਟ ਦਾ ਜਿਹੜਾ HB ਹੈਗਾ ਘਟ ਰਿਹਾ ਹੈਗਾ, ਠੀਕ ਹੈ। WBC ਉਹਦੀ ਨਾਰਮਲ ਹੈਗੇ ਆ। ਪਲੇਟਲੈਟ ਕੀ ਆ? ਨਾਰਮਲ ਹੈਗੇ ਆ ਐਂਡ RBC ਐਬਨੋਰਮਲ ਆ, RBC ਘਟ ਰਹੀ ਹੈਗੀ ਆ ਕਿਉਂਕਿ ਪਲਾਜ਼ਮੋਡੀਅਮ ਦੇ ਕਰਕੇ ਮਲੇਰੀਆ ਦਾ ਜਿਹੜਾ ਪਲਾਜ਼ਮੋਡੀਅਮ ਆਪਣੀ ਬਲੱਡ ਦੇ ਵਿੱਚ ਇਨਫੈਕਸ਼ਨ ਕੋਜ਼ ਕਰਦਾ ਜਿਹੜਾ ਸਿੱਧਾ RBC ਨੂੰ ਡਿਸਟਰਕਟ ਕਰਦਾ ਹੈਗਾ, ਤਾਂ ਕਰਕੇ। ਨੈਕਸਟ ਹੈਗਾ RDT ਰੈਪਿਡ ਡਾਇਗਨੋਸਟਿਕ ਟੈਸਟ। ਜਿਹੜਾ ਇਹ ਟੈਸਟ ਹੈਗਾ ਇਹ ਬਲੱਡ ਟੈਸਟ ਕੀਤਾ ਜਾਂਦਾ ਹੈਗਾ ਜਿੱਦਾਂ ਕਿ ਕੋਵਿਡ ਟੈਸਟ ਆਪਾਂ ਕਰਦੇ ਹਾਂ ਹੈ ਨਾ। ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਜਿਸ ਦੇ ਵਿੱਚ ਮੈਂ ਡਾਇਗਨੋਸਟਿਕ ਇਵੈਲੂਏਸ਼ਨ ਕੀਤੀ ਸੀ, ਨਰਸਿੰਗ ਮੈਨੇਜਮੈਂਟ ਦਿੱਤੀ ਸੀਗੀ ਮਲੇਰੀਆ ਦੇ ਉੱਪਰ, ਉਸ ਦੇ ਵਿੱਚ ਮੈਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਸੀਗਾ ਇਹ। ਤਾਂ ਜਿਹੜਾ ਇਹ ਬਲੱਡ ਟੈਸਟ ਜਿੱਦਾਂ ਕਿ ਆਪਾਂ ਕੋਵਿਡ ਟੈਸਟ ਕਰਦੇ ਹਾਂ ਹੈ ਨਾ ਉੱਦਾਂ ਬਲੱਡ ਸੈਂਪਲ ਦੇ ਥਰੂ ਇਹ ਲਿਆ ਜਾਂਦਾ ਹੈਗਾ। ਤਾਂ ਇਹ ਪੇਸ਼ੈਂਟ ਦਾ ਜਿਹੜਾ ਪੋਜ਼ੀਟਿਵ ਆਇਆ ਹੈਗਾ, ਮਲੇਰੀਆ ਪੋਜ਼ੀਟਿਵ ਹੈਗਾ ਪੇਸ਼ੈਂਟ। ਉਸ ਤੋਂ ਨੈਕਸਟ ਹੈਗਾ ਮੈਡੀਕੇਸ਼ਨ। ਪੇਸ਼ੈਂਟ ਨੂੰ ਕਿਹੜੀ ਅਸੀਂ ਮੈਡੀਕੇਸ਼ਨ ਪ੍ਰੋਵਾਈਡ ਕਰਨੀ ਹੈ ਮਲੇਰੀਆ ਦੇ ਲਈ। ਤਾਂ ਮੈਡੀਕੇਸ਼ਨ ਫॉर ਅਡਲਟ ਲਿਖੀ ਹੋਈ ਹੈ ਇਹ ਮੈਂ। ਡਰਗ ਨੇਮ, ਜੈਨੇਟਿਕ ਨੇਮ, ਟਾਈਮ, ਰੂਟ, ਡੋਜ਼ ਐਂਡ ਐਕਸ਼ਨ। ਡਰਗ ਨੇਮ ਕੀ ਆ? ਡੋਕਸੀਸਿਲਿਨ। ਜੈਨੇਟਿਕ ਨੇਮ ਕੀ ਆ? ਡੋਕਸੀ1। ਟਾਈਮ ਕੀ ਆ? OD ਮਤਲਬ ਇੱਕ ਦਿਨ ਵਿੱਚ ਇੱਕ ਵਾਰ। OD ਮਤਲਬ ਹੁੰਦਾ ਇੱਕ ਵਾਰ, BD ਮਤਲਬ ਹੁੰਦਾ 2 ਵਾਰ, TDS ਮਤਲਬ ਹੁੰਦਾ ਟ੍ਰਿਪਲ ਇਨ ਅ ਡੇ, ਠੀਕ ਹੈ। ਰੂਟ ਕੀ ਆ? PO ਮਤਲਬ ਪਰ ਓਰਲ। ਡੋਜ਼ ਕਿੰਨੀ ਆ? 100 mg। ਐਕਸ਼ਨ ਇਹਦਾ ਕੀ ਹੈ? ਐਂਟੀਬਾਇਓਟਿਕ ਹੈਗੀ ਆ ਡੋਕਸੀਸਿਲਿਨ, ਠੀਕ ਹੈ। ਨੈਕਸਟ ਹੈਗਾ ਕੋਲੋਰੋਕੁਈਨ। ਇਹਦਾ ਕੀ ਹੈ? ਜੈਨੇਟਿਕ ਨੇਮ ਕੀ ਆ? ਕੋਲੋਕੁਈਨ ਹੈਗਾ। ਇਹ ਇੱਕ ਹਫ਼ਤੇ ਦੇ ਵਿੱਚ ਇੱਕ ਮੈਡੀਸਿਨ ਪ੍ਰੋਵਾਈਡ ਕਰਨੀ ਆ। ਰੂਟ ਕੀ ਆ? ਪਰ ਓਰਲ। 300 mg ਐਂਟੀ ਮਲੇਰੀਅਲ ਹੈਗੀ ਆ। ਨੈਕਸਟ ਹੈਗੀ ਆ ਮਿਫੋਲੋਕੁਇਨ। ਇਹਦਾ ਮਿਫੈਕਸ ਜੈਨੇਟਿਕ ਨੇਮ ਹੈਗਾ। ਇਹ ਵੀ ਇੱਕ ਹਫ਼ਤੇ ਦੇ ਵਿੱਚ ਇੱਕ ਪ੍ਰੋਵਾਈਡ ਕਰਨੀ ਆ ਪਰ ਓਰਲ। 250 mg ਇਹ ਵੀ ਐਂਟੀ ਮਲੇਰੀਅਲ ਹੈਗੀ ਆ। ਨੈਕਸਟ ਹੈਗੀ ਆ ਡੋਮਪੈਰੀਡੋਮ ਪਲੱਸ ਪੈਂਟੋਪਰਾਜ਼ੋਲ 20 mg। ਇਹਦਾ ਜੈਨੇਟਿਕ ਨੇਮ ਕੀ ਆ? ਡੋਮਪੈਰੀਡੋਮ। ਇਹ ਐਂਟੀ ਇਮੈਟਿਕ ਹੈਗੀ ਆ। ਇਹ ਤੁਸੀਂ ਡੋਮਪੈਰੀਡੋਮ ਅਤੇ ਪੈਂਟੋਪਰਾਜ਼ੋਲ ਅਲੱਗ ਵੀ ਲਿਖ ਸਕਦੇ ਆ। ਪੈਂਟੋਪਰਾਜ਼ੋਲ ਜਿਹੜੇ ਹੈਗੀ ਆ ਐਂਟੀ ਐਸਿਡਸ ਹੈਗੀ ਆ, ਐਸਿਡ ਤੋਂ ਪ੍ਰੀਵੈਂਟ ਕਰਨ ਲਈ ਦਿੱਤੀ ਜਾਂਦੀ ਹੈ। ਤਾਂ ਮੈਂ ਇਹਨਾਂ ਦਾ ਕੰਬੀਨੇਸ਼ਨ ਲਿਖਿਆ ਹੈਗਾ, ਤੁਸੀਂ ਅਲੱਗ ਲਿਖ ਸਕਦੇ ਆ। ਪੈਂਟੋਪਰਾਜ਼ੋਲ ਦਾ ਜਿਹੜਾ ਜੈਨੇਟਿਕ ਨੇਮ ਹੁੰਦਾ ਪੈਂਟੋਪ ਹੁੰਦਾ, PANTOP, ਠੀਕ ਹੈ। ਇਸ ਤੁਸੀਂ ਲਿਖ ਦੋਗੇ 5th ਪੁਆਇੰਟ ਬਣਾ ਕੇ ਪੈਂਟੋਪਰਾਜ਼ੋਲ, ਪੈਂਟੋਪ, BD ਪਰ ਓਰਲ, ਠੀਕ ਹੈ, 20 mg ਐਂਡ ਇੱਥੇ ਲਿਖ ਦੋਗੇ ਐਂਟੀ ਐਸਿਡਸ। ਜੇਕਰ ਤੁਸੀਂ ਇੱਦਾਂ ਹੀ ਲਿਖਣਾ ਚਾਹੁੰਦੇ ਹੋ ਤਾਂ ਇੱਦਾਂ ਵੀ ਲਿਖ ਸਕਦੇ ਆ। ਉਸ ਤੋਂ ਬਾਅਦ ਹੈਗੇ ਆ ਨਰਸਿੰਗ ਡਾਇਗਨੋਸਿਸ ਫॉर ਮਲੇਰੀਆ। ਨਰਸਿੰਗ ਡਾਇਗਨੋਸ ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਪ੍ਰੋਵਾਈਡ ਕੀਤੇ ਹੋਏ ਆ, ਉਹਨਾਂ ਵੀਡੀਓਜ਼ ਦਾ ਲਿੰਕ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਪ੍ਰੋਵਾਈਡ ਕਰੂੰਗੀ, ਤਾਂ ਤੁਸੀਂ ਚੈੱਕ ਕਰ ਲੈਣਾ।
ਉੱਥੋਂ ਤੁਸੀਂ ਕੇਅਰ ਪਲਾਨ, ਨਰਸਿੰਗ ਕੇਅਰ ਪਲਾਨ ਨੋਟ ਕਰ ਲੈਣਾ, ਠੀਕ ਹੈ। ਉਸ ਤੋਂ ਬਾਅਦ ਹੈਗਾ ਹੈਲਥ ਐਜੂਕੇਸ਼ਨ। ਨਰਸਿੰਗ ਕੇਅਰ ਪਲਾਨ ਬਣਾਉਣ ਤੋਂ ਬਾਅਦ ਹੈਲਥ ਐਜੂਕੇਸ਼ਨ ਲਿਖਣੀ ਹੈ। ਉਸ ਦੇ ਵਿੱਚ ਕੀ ਲਿਖਣਾ? ਐਕਸਰਸਾਈਜ਼, ਐਡਵਾਈਜ਼ ਦਾ ਪੇਸ਼ੈਂਟ ਟੂ ਡੂ ਡੇਲੀ ਐਕਸਰਸਾਈਜ਼, ਠੀਕ ਹੈ। ਤੁਸੀਂ ਇਹ ਪੁਆਇੰਟਸ ਮੈਂਸ਼ਨ ਕਰ ਦੇਣੇ ਆ। ਨੈਕਸਟ ਹੈਗਾ ਅਬਾਊਟ ਡਾਈਟ, ਡਾਈਟ ਪੈਟਰਨ ਬਾਰੇ ਪੇਸ਼ੈਂਟ ਨੂੰ ਤੁਸੀਂ ਦੱਸ ਦੇਣਾ ਹੈਗਾ, ਠੀਕ ਹੈ, ਅਕੋਰਡਿੰਗ ਟੂ ਮਲੇਰੀਆ ਦਾ। ਨੈਕਸਟ ਇਜ਼ ਦਾ ਮੈਡੀਕੇਸ਼ਨ, ਪੇਸ਼ੈਂਟ ਨੂੰ ਕਹਿਣਾ ਵੀ ਟਾਈਮ ਟੂ ਟਾਈਮ ਮੈਡੀਕੇਸ਼ਨ ਲੈਣੀ ਹੈਗੀ ਆ, ਠੀਕ ਹੈ। तो उन्होंने कहना भी ओवरडोज भी लैनी हैगी। नैक्सट इज़ अ रैसट एंड स्लीप, इनकरेज द पेशेंट टू टेक प्रॉपर रैसट एंड स्लीप, फटीग इज़ रिड्यूस बाय रैसट एंड स्लीप, मेक अ शेड्यूल बिटवीन एक्टिविटीज़ एंड रैसट, ठीक है। इस तो नैक्सट हैगी आ बिबलियोग्राफी। बिबलियोग्राफी ਦੇ ਵਿੱਚ ਤੁਸੀਂ ਇਹ ਬਿਬਲਿयोग्राफी ਐਡ ਕਰ ਸਕਦੇ ਆ, ਜਿਸ ਦੇ ਵਿੱਚ ਮੈਂ ਦੱਸਿਆ ਹੈ ਬੰਡਰ ਐਂਡ ਸੁਦਾਰਸ ਟੈਕਸਟ ਬੁੱਕ ਆਫ ਮੈਡੀਕਲ ਸਰਜੀਕਲ ਨਰਸਿੰਗ 8th ਐਡੀਸ਼ਨ ਪਬਲਿਸ਼ਡ ਬਾਏ ਸੁਜਾਨੇ ਸਮੈਲਟਰ ਐਂਡ ਜੋ ਵੀ ਲਿਖਿਆ ਹੋਇਆ ਤੁਸੀਂ ਪਬਲਿਸ਼ਿੰਗ ਪੇਜ ਨੰਬਰ ਇੰਨੇ ਤੋਂ ਇੰਨੇ, ਠੀਕ ਹੈ। ਜੇਕਰ ਤੁਸੀਂ ਕੇਅਰ ਪਲਾਨ ਜਿਹੜਾ ਹੈਗਾ ਪੀਡੀਆਟ੍ਰਿਕ ਦਾ ਬਣਾ ਰਹੇ ਆ ਤਾਂ ਤੁਸੀਂ ਇਹ ਨੀਰਜ ਸੇਥੀ ਹੈ, ਠੀਕ ਹੈ, ਸਿਖਾ ਆਵਾਸੀ, ਇਹਨਾਂ ਦੀ ਬੁੱਕ ਹੈਗੀ ਆ, 3rd ਐਡੀਸ਼ਨ ਹੈਗੀ ਆ, ਠੀਕ ਹੈ। ਇਹਨਾਂ ਦਾ ਨੇਮ ਤੁਸੀਂ ਐਡ ਕਰ ਸਕਦੇ ਆ, ਠੀਕ ਹੈ। ਲਿਖਿਆ ਹੋਇਆ ਪਬਲਿਸ਼ ਬਾਏ, ਠੀਕ ਹੈ, ਰਾਜਿੰਦਰ ਕਪੂਰ। ਜੇਕਰ ਤੁਸੀਂ ਪੀਡੀਆਟ੍ਰਿਕ ਦੇ ਲਈ ਮੈਡੀਕੇਸ਼ਨ ਲਿਖਣੀ ਹੈਗੀ ਹੈ ਤਾਂ ਤੁਸੀਂ ਜਿੰਨੀ ਏਜ ਦਾ ਚਿਲਡਰਨ ਹੈਗਾ ਇਹਦੇ ਅਕੋਰਡਿੰਗ MG ਬੇਸ ਕਿੰਨੀ MG ਦੇਣੀ ਹੈਗੀ ਆ। ਜਿੱਦਾਂ ਕਿ ਜੇਕਰ ਚਾਈਲਡ 5 ਤੋਂ 8 ਸਾਲ ਦਾ ਹੈਗਾ ਤਾਂ ਉਹਨੂੰ 300 MG ਦੇਣੀ ਹੈਗੀ ਆ, ਤਾਂ 2 ਟੈਬਲੇਟ ਦੇਣੀਆਂ ਹੈਗੀਆਂ, ਠੀਕ ਹੈ, ਇੱਕ ਦਿਨ ਦੇ ਵਿੱਚ। ਜਿਹੜੀਆਂ ਮੈਂ ਤੁਹਾਨੂੰ ਟੈਬਲੇਟ ਦਿੱਤੀਆਂ ਹੋਈਆਂ ਉਹਨਾਂ ਦੇ ਅਕੋਰਡਿੰਗ, ਠੀਕ ਹੈ। ਫਰੈਂਡਸ, ਇਹ ਸੀ ਕਿ ਸਾਡੀ ਅੱਜ ਦੀ ਵੀਡੀਓ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਥੈਂਕ ਯੂ।